ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਤੋਟਾ ਸੈ ਸਾਰ। ਮਨ ਮੁਖ ਕਰਮ ਕਮਾਵਣੇ, ਹਉਮੈ ਅੰਧ ਗੁਬਾਰ। ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਨਿਮਾਣਿਆਂ ਨੂੰ ਮਾਣ, ਬੇਸਮਝਾਂ ਨੂੰ ਸਮਝ, ਸੂਝ ਬੂਝ, ਅੰਧਕਾਰ ਡਾਰਕਨੈਸ, ਮਨ ਦੇ ਹਨੇਰੇ ਨੂੰ ਦੂਰ ਕਰ, ਨਿਰੰਕਾਰ ਪਰਵਤਗਾਰ ਪਰਮੇਸ਼ਰ ਨਾਲ ਮਿਲਾਉਣ ਵਾਲੇ ਸਾਂਝ ਰਹਿਬਰ, ਮਨੁੱਖਤਾ ਦਾ ਭਲਾ ਕਰਨ ਵਾਲੇ, ਸ਼ਬਦਾ ਅਵਤਾਰ ਸ਼ਬਦ ਗੁਰੂ, ਜਾਗਤ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤਿੰਨਾਂ ਦੇ ਪਾਵਨ ਹਜ਼ੂਰੀ ਅੰਦਰ ਜਿੱਥੇ ਸਾਨੂੰ ਤਨ ਕਰਕੇ ਆਉਣ ਦਾ ਅਵਸਰ ਪ੍ਰਾਪਤ ਨਹੀਂ ਹੋ ਰਿਹਾ, ਬਹੁਤ ਵੱਡਾ ਦੁਖਾਂਤ ਵਾਪਰਿਆ ਹੈ। ਆਓ ਗੁਰੂ ਅੱਗੇ ਤਰਲਾ ਲਈਏ, ਪਾਤਸ਼ਾਹ ਜੇ ਤਨ ਕਰਕੇ ਨਹੀਂ ਆ ਪਾ ਰਹੇ ਤੇ ਮਨ ਕਰਕੇ ਤੇ ਆ ਸਕਦੇ ਆ, ਮਨ ਕਰਕੇ ਟਿਕ ਸਕਦੇ ਆ। ਜੋ ਸ਼੍ਰੀ ਦਸ਼ਮੇਸ਼ ਦਰਬਾਰ ਸ਼ਹੀਦਾਂ ਦੀ ਯਾਦਗਾਰ ਤੋਂ ਪ੍ਰਬੰਧਕ ਜਨਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ। ਘਰੋਂ ਘਰੀ ਬੈਠਿਆਂ ਗੁਰੂ ਕਾ ਉਪਦੇਸ਼, ਗੁਰੂ ਕੇ ਸ਼ਬਦ ਦੀ ਵਿਚਾਰ, ਇਤਿਹਾਸਕ ਵਿਚਾਰਾਂ ਘਰ ਤੱਕ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ। ਆਓ ਆਪਾਂ ਲਾ ਲਈਏ, ਜਿੱਥੇ ਵੀ ਬੈਠੇ ਆ ਤਨ ਕਰਕੇ ਨਹੀਂ ਤੇ ਮਨ ਕਰਕੇ ਜ਼ਰੂਰ ਗੁਰੂ ਚਰਨਾਂ ਵਿੱਚ ਜੁੜ ਜਾਈਏ। ਕਰੀਏ ਰਸਨਾ ਨੂੰ ਸਫਲਾ, ਕੋਈ ਰਸਨਾ ਵਾਂਝੀ ਨਾ ਰਹਿ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਜੋ ਪਾਵਨ ਹੁਕਮ ਦੀਆਂ ਕੁਝ ਪੰਕਤੀਆਂ ਦੇ ਨਾਲ ਨਾਲ ਮੈਂ ਇਤਿਹਾਸਕ ਵਿਚਾਰਾਂ ਦਾ ਪੱਖ ਰੱਖਣਾ ਹੈ। ਅੱਜ ਦੇ ਹੁਕਮ ਧੰਨ ਗੁਰੂ ਅਮਰਦਾਸ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸ਼ਲੋਕ ਵਿੱਚ ਸਾਨੂੰ ਹਦਾਇਤ ਦਿੰਦੇ ਨੇ, ਹੈ ਭਾਈ ਵਿਣ ਨਾਮੈ ਸਭ ਭਰਮ ਦੇ। ਨਾਮੈ ਦੇ ਅਰਥ ਕਰਾਂਗੇ ਨਾਮ, ਤੇ ਵਿਣ ਤੋਂ ਹੋ ਗਿਆ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਭ ਹੋ ਗਿਆ ਸਾਰੇ ਭਰਮ ਦੇ। ਤੋਂ ਭਾਵ ਹੈ ਸਾਰੀ ਮਨੁੱਖਤਾ ਹੀ ਭਟਕਦੀ ਫਿਰਦੀ ਹੈ। ਹਰ ਕੋਈ ਦੁਚਿੱਤੇ ਪਾਣੇ ਵਿੱਚ ਪਿਆ ਹੈ, ਕਿਸੇ ਦਾ ਵੀ ਮਨ ਦਾ ਟਿਕਾ ਨਹੀਂ ਬਣ ਰਿਹਾ। ਹਮੇਸ਼ਾ ਹੀ ਉਹ ਤਿਲ ਮਿਲਾ ਰਿਹਾ ਹੈ। ਕਿਵੇਂ ਤਿਲ ਮਿਲਾਉਂਦਾ ਹੈ? ਜਿਵੇਂ ਪਾਣੀ ਤੋਂ ਜੁਦਾ ਹੋ ਕੇ ਮੱਛੀ ਤੜਫਦੀ ਹੈ, ਇਸੇ ਤਰ੍ਹਾਂ ਗੁਰੂ ਦੇ ਉਪਦੇਸ਼, ਗੁਰੂ ਦੀ ਸਿੱਖਿਆ, ਗੁਰੂ ਦੀ ਬਾਣੀ ਤੋਂ ਦੂਰ ਹੋ ਕੇ ਮਨੁੱਖ ਵੀ ਤਿਲ ਮਿਲਾਉਂਦਾ ਹੈ। ਦੁਚਿੱਤੇ ਪਨ ਵਿੱਚ ਪਿਆ ਰਹਿੰਦਾ ਹੈ। ਮੇਰੇ ਪਾਤਸ਼ਾਹ ਜੀ ਇੱਕ ਦੀ ਨਹੀਂ, ਦੋਵਾਂ ਦੀ ਨਹੀਂ, ਤ੍ਰੈਵਾਂ ਦੀ ਨਹੀਂ, ਸਾਰੀ ਸ੍ਰਿਸ਼ਟੀ ਦੀ ਗੱਲ ਕਰਦੇ ਨੇ। ਬਿਨ ਨਾਵੇਂ ਸਭ ਭਰਮ ਦੇ। ਕਿਆ ਫਿਰ ਨਿਤ, ਨਿਤ ਦਾ ਅਰਥ ਕਰਾਂਗੇ ਨਿਤਾ ਪ੍ਰਤੀ, ਹਰ ਰੋਜ਼, ਹਰ ਵੇਲੇ, ਹਰ ਪਲ, ਹਰ ਛਿਨ। ਜਦੋਂ ਅਸੀਂ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜਦੇ ਹਾਂ
ਤੇ ਉਸ ਦੀ ਜਿਲਤ ਉੱਤੇ ਵੇਖੀਏ, ਉਹਦੇ ਉੱਤੇ ਲਿਖਿਆ ਨਿਤਨੇਮ। ਪਰ ਸਾਡਾ ਬਹੁਤਿਆਂ ਦਾ ਧਿਆਨ ਇਸ ਪਾਸੇ ਨਹੀਂ ਹੈ ਵੀ ਆਹ ਅੱਖਰ ਉੱਤੇ ਕਿਉਂ ਲਿਖੇ ਹੋਏ ਨੇ। ਗੁਟਕਾ ਸਾਹਿਬ ਦੇ ਉੱਤੇ ਲਿਖਿਆ ਹੋਇਆ ਨਿਤਨੇਮ। ਇਹ ਜਿਹੜਾ ਤੇਰਾ ਨੇਮ ਹੈ ਨਾ, ਇਹ ਨਿਤਾ ਪ੍ਰਤੀ ਦਾ ਹੋਵੇ ਵੀ ਜਪਜੀ ਸਾਹਿਬ, ਜਾਪ ਸਾਹਿਬ, ਤੋ ਪ੍ਰਸਾਦ ਸਵਈਏ, ਅੰਮ੍ਰਿਤ ਵੇਲੇ ਬਾਣੀਆਂ ਜਿਹੜੀਆਂ ਨੇ, 5 ਬਾਣੀਆਂ ਦਾ ਜਾਪ ਕਰਨਾ, ਸ਼ਾਮਾਂ ਨੂੰ ਸੋਦਰ ਸੌਣ ਲੱਗਿਆ ਸੋਹਲੇ ਦੀ ਬਾਣੀ, ਇਹ ਨਿਤਾ ਪ੍ਰਤੀ ਦਾ ਤੇਰਾ ਨੇਮ ਹੋਵੇ। ਇਹ ਨਹੀਂ ਇੱਕ ਦਿਨ ਵੀ ਇੱਕ ਦਿਨ ਗੁਰਦੁਆਰੇ ਆਵੇਂ, ਇੱਕ ਦਿਨ ਮੱਥਾ ਟੇਕੇ ਤੇ ਦੂਸਰੇ ਦਿਨ ਭੁੱਲ ਜਾਵੇਂ। ਮੇਰੇ ਪਾਤਸ਼ਾਹ ਜੀ ਸਾਨੂੰ ਨਿਤ ਪਲੱਸ ਨੇਮ, ਹਰ ਰੋਜ਼ ਦੇ ਨੇਮ ਦੀ ਗੱਲ ਕਰਦੇ ਨੇ, ਨਿਤਾ ਪ੍ਰਤੀ ਦੀ ਗੱਲ ਕਰਦੇ ਨੇ। ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਨੇਮ ਦੇ ਨਾਲ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ। ਨਹੀਂ ਤਾਂ ਵੇਖ, ਇਹ ਸੰਸਾਰ ਦੇ ਅੰਦਰ ਜਿਵੇਂ ਕਿਸੇ ਨੂੰ ਕਾਰ ਵਿਹਾਰ ਕਰਦਿਆਂ ਘਾਟਾ ਪੈ ਜੇ, ਲਾਸ ਹੋ ਜਾਵੇ, ਅਫਸੋਸ ਕਰਦਾ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਐ ਮਨੁੱਖ, ਜਿੱਦਣ ਤੂੰ ਉਸ ਪਰਮਾਤਮਾ ਦਾ ਸਿਮਰਨ ਵਿੱਚ ਨਹੀਂ ਨਾ ਜੁੜਿਆ, ਉਸ ਮਾਲਕ ਦੀ ਸਿਫਤ ਸਲਾਹ ਵਿੱਚ ਨਹੀਂ ਜੁੜਿਆ, ਉਦਣ ਤੈਨੂੰ ਸਵਾਸਾਂ ਦਾ ਉਹਨਾਂ ਸਮਝ ਲੈ ਕੇ ਘਾਟਾ ਪੈ ਗਿਆ। ਇਹ ਤੇਰੇ ਜਿਹੜੇ ਸਵਾਸ ਨੇ ਗੁਰੂ ਕੇ ਘਰ ਵਿੱਚ ਲੱਗੇ ਨਹੀਂ, ਇਹ ਤੇਰੇ ਸਵਾਸ ਅਸਫਲ ਹੋ ਗਏ ਨੇ, ਸਫਲ ਨਹੀਂ ਹੋਏ। ਤਾਂ ਹੀ ਤਾਂ ਮੇਰੇ ਸਾਹਿਬ ਜੀ ਸਾਨੂੰ ਰੋਜ਼ ਸਮਝਾਉਂਦੇ ਨੇ, ਸਾਸ ਸਾਸ ਸਿਮਰੋ ਗੋਬਿੰਦ। ਮਨ ਅੰਤਰ ਕੀ, ਮਨ ਦੇ ਵਿੱਚ ਜਿਹੜੀ ਮੈਲ ਲੱਗੀ ਹੋਈ ਹੈ, ਮਨ ਅੰਤਰ ਕੀ ਉਤਰੈ ਚਿੰਦ। ਜਦੋਂ ਤੂੰ ਹਰੇਕ ਸਵਾਸ ਨਾਲ ਉਸ ਮਾਲਕ ਨੂੰ ਮਨੁੱਖ ਸਿਮਰਦਾ ਹੈ ਤੇ ਤੇਰੇ ਮਨ ਦੀ ਜਿਹੜੀ ਜਿਲਬ ਹੈ, ਮਨ ਦੀ ਜਿਹੜੀ ਮੈਲ ਹੈ, ਲੈ ਜਾਂਦੀ ਹੈ। ਬਾਣੀ ਮਨ ਦੀ ਮੈਲ ਲਾਉਂਦੀ ਹੈ, ਪਾਣੀ ਤਨ ਦੀ ਮੈਲ ਦੂਰ ਕਰਦਾ ਹੈ। ਤਨ ਦੀ ਮੈਲ ਵਾਸਤੇ ਅਸੀਂ ਰੋਜ਼ ਪਾਣੀ ਦੀ ਵਰਤੋਂ ਕਰਦੇ ਹਾਂ। ਜਿੱਥੇ ਤਨ ਦੀ ਮੈਲ ਲਈ ਅਸੀਂ ਪਾਣੀ ਦੀ ਵਰਤੋਂ ਕਰਦੇ ਹਾਂ, ਮੇਰੇ ਪਾਤਸ਼ਾਹ ਕਹਿੰਦੇ ਨੇ ਸਿੱਖਾ, ਉੱਥੇ ਮਨ ਦੀ ਵੀ ਮੈਲ ਲਾਉਣ ਵਾਸਤੇ ਰੋਜ਼ ਬਾਣੀ ਦੀ ਵਰਤੋਂ ਕਰਿਆ ਕਰ। ਮੈਲੇ ਕੱਪੜੇ ਹੋ ਜਾਂਦੇ ਨੇ, ਪਾਣੀ ਨਾਲ ਸਾਫ਼ ਕਰ ਲੈਂਦੇ ਆ, ਮੈਲ ਦੂਰ ਹੋ ਜਾਂਦੀ ਹੈ। ਕਈਆਂ ਦੇ ਸਵਾਲ ਮਨਾਂ ਵਿੱਚ ਹੁੰਦਾ, ਰੋਜ਼ ਬਾਣੀ, ਉਹੋ ਹੀ ਬਾਣੀ, ਜਪਜੀ ਸਾਹਿਬ ਰੋਜ਼ ਉਹੀ, ਤੇ ਪਾਣੀ ਵੀ ਤੇ ਉਹ ਹੀ ਹੈ, ਰੋਜ਼ ਉਹਨੂੰ ਵਰਤਣਾ ਹੈ। ਤੂੰ ਰੋਜ਼ ਤੇਰੀ ਮੈਲ ਲਾਉਂਦਾ ਹੈ। ਇਸੇ ਤਰ੍ਹਾਂ ਗੁਰੂ ਸਵਾਰਿਓ, ਮੇਰੇ ਪਾਤਸ਼ਾਹ ਨੇ ਕਿਹਾ ਸਾਨੂੰ ਰੋਜ਼ ਹੀ ਮੈਲ ਲੱਗ ਰਹੀ ਹੈ ਵਿਕਾਰਾਂ ਦੀ। ਸਾਡੇ ਅੰਦਰ ਮਾੜੇ ਫੁਰਦੇ ਨੇ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਜਿਵੇਂ ਤਨ ਨੂੰ ਮੈਲ ਲੱਗਦੀ ਹੈ ਉਵੇਂ ਮਨ ਨੂੰ ਵੀ ਲੱਗਦੀ ਹੈ, ਤੇ ਮਨ ਦੀ ਮੈਲ ਪਾਣੀ ਨਾਲ ਨਹੀਂ, ਗੁਰੂ ਕੀ ਬਾਣੀ ਨਾਲ ਦੂਰ ਹੋਣੀ ਹੈ। ਨਿਤ ਜਗ ਟੋਟਾ ਸੰਸਾਰ ਤੋਂ ਭਾਵ ਹੈ ਸੰਸਾਰ ਦੇ ਵਿੱਚ ਰਹਿ ਕਰਕੇ ਜੇ ਤੂੰ ਉਸ ਨਿਰੰਕਾਰ ਮਾਲਕ ਪਰਵਤਗਾਰ ਦੇ ਗੁਣ ਨਹੀਂ ਗਾਏ, ਉਸ ਪਰਮੇਸ਼ਰ ਨੂੰ ਧਿਆਇਆ ਨਹੀਂ, ਤੇ ਇਹ ਜਿਵੇਂ ਕਿਸੇ ਕਾਰ ਵਿਹਾਰ ਕਰਦੇ ਹੋਏ ਮਨੁੱਖ ਨੂੰ ਲਾਸ ਹੋ ਗਿਆ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਤੇਰਾ ਵੀ ਇੰਨੇ ਸਵਾਸਾਂ ਦਾ ਅੱਜ ਲਾਸ ਹੋ ਗਿਆ, ਘਾਟਾ ਪੈ ਗਿਆ, ਤੇਰੇ ਸਵਾਸ ਸਫਲ ਨਹੀਂ ਹੋਏ। ਮੇਰੇ ਪਾਤਸ਼ਾਹ ਕਹਿੰਦੇ ਨੇ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਕੋਈ ਦਮ ਤੇਰਾ ਵਿਅਰਥ ਨਾ ਚਲੇ ਜਾਏ। ਮਨ ਮੁਖ ਕਰਮ ਕਮਾਵਣੇ, ਮਨ ਮੁਖ, ਅੱਜ ਕਿਸੇ ਨੂੰ ਮਨਮੁਖ ਕਹਿ ਦਈਏ ਨਾ, ਸਿਰ ਨੂੰ ਆਉਂਦਾ, ਕਹਿੰਦਾ ਮੈਨੂੰ ਮਨਮੁਖ ਕਿਉਂ ਕਿਹਾ, ਪਰ ਮਨਮੁਖ ਦੇ ਅਰਥਾਂ ਦਾ ਪਤਾ ਨਹੀਂ ਹੈ। ਮਨ ਪਲੱਸ ਮੁਖ, ਇਹਦੇ ਵਿੱਚ ਕੋਈ ਅਪਸ਼ਬਦ ਵਾਲੀ ਗੱਲ ਹੈ ਹੀ ਨਹੀਂ, ਕੋਈ ਮਾੜਾ ਬਚਨ ਹੈ ਹੀ ਨਹੀਂ ਹੈ। ਬਸ ਇੰਨਾ ਹੀ ਦੱਸਿਆ ਗਿਆ ਵੀ ਜਿਹੜਾ ਆਪਣੇ ਮਨ ਨੂੰ ਮੁੱਖ ਰੱਖਦਾ, ਜੋ ਮਨ ਕਵੇ ਉਹਦੇ ਮਗਰ ਤੁਰਦਾ ਹੈ, ਜੋ ਮਨ ਕਵੇ ਉਹੋ ਹੀ ਗੱਲ ਕਰਦਾ ਹੈ, ਉਹਨੂੰ ਮਨਮੁਖ ਆਖਿਆ ਗਿਆ। ਇਹਦੇ ਵਿੱਚ ਕੋਈ ਬੁਰਾ ਮਨਾਉਣ ਵਾਲੀ ਕੋਈ ਗੱਲ ਨਹੀਂ ਹੈ। ਪਰ ਜੇ ਸਾਨੂੰ ਅੱਜ ਕੋਈ ਗੁਰਮੁਖ ਕਹਿ ਦੇਵੇ, ਅਸੀਂ ਫੁੱਲ ਜਾਂਦੇ ਆ ਜਿਵੇਂ ਟਾਇਰ 'ਚ ਹਵਾ ਭਰੀ ਹੋਵੇ। ਪਰ ਜੇ ਮਨਮੁਖ ਕਹਿ ਦੇਵੇ ਤੇ ਮੁਰਝਾ ਜਾਂਦੇ ਆ, ਇਹਨੇ ਮੈਨੂੰ ਮਨਮੁਖ ਕਿਉਂ ਕਿਹਾ। ਮਨ ਮੁੱਖ ਦੇ ਅਰਥ ਸਮਝੋ, ਮਨ ਨੂੰ ਜੋ ਮੁੱਖ ਰੱਖਦਾ ਹੈ, ਜੋ ਮਨ ਕਵੇ ਉਹੋ ਹੀ ਕਰਮ ਕਰਦਾ ਹੈ। ਇੱਥੇ ਆਇਆ ਮਨ ਮੁੱਖ ਕਰਮ ਕਮਾਵਣੇ। ਕਰਮ ਦੇ ਅਰਥ ਕਰਾਂਗੇ ਕੰਮ। ਜਦੋਂ ਅਸੀਂ
ਮਾਝ ਰਾਗ ਵਿੱਚ 12 ਮਾਹ ਬਾਣੀ ਆਰੰਭ ਹੁੰਦੀ ਹੈ ਨਾ, ਉੱਥੇ ਆਉਂਦਾ ਕਿਰਤ ਕਰਮ ਕੇ ਵਿਛੜੇ, ਉੱਥੇ ਵੀ ਕਰਮ ਹੈ। ਸੰਸਕ੍ਰਿਤ ਵਿੱਚ ਇਸ ਨੂੰ ਕਰਮ ਦਾ ਅਰਥ ਕਰਾਂਗੇ ਕੰਮ। ਤੇ ਅਸੀਂ ਜਦੋਂ ਹਉਮੈ ਦੇ ਵਿੱਚ ਆ ਕੇ, ਹੰਕਾਰ ਵਿੱਚ ਆ ਕੇ ਮਾੜੇ ਕਰਮ ਕਰਦੇ ਆ, ਜਦੋਂ ਅਸੀਂ ਕਿਸੇ ਦੀ ਪਰਵਾਹ ਨਹੀਂ ਸਮਝਦੇ ਵੀ ਮੇਰਾ ਕੀ ਕਿਸੇ ਨੇ ਵਿਗਾੜ ਲੈਣਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਕਿਰਤ ਕਰਮ ਕੇ ਵਿਛੜੇ, ਹਉਮੈ ਦੇ ਵਿੱਚ ਜਿਹੜੇ ਆ ਕੇ ਤੂੰ ਮਾੜੇ ਕਰਮ ਕੀਤੇ ਨੇ, ਇਹ ਤੈਨੂੰ ਰੱਬ ਦੇ ਕੋਲੋਂ ਦੂਰ ਲੈ ਜਾਣਗੇ, ਨੇੜੇ ਨਹੀਂ ਆਉਣ ਦੇਣਗੇ। ਕਰਮ ਫਾਰਸੀ ਦੇ ਵਿੱਚ ਇਹਦੇ ਅਰਥ ਵੇਖੀਏ, ਕਿਉਂਕਿ ਆਪਾਂ ਵੱਖਰੀ ਵੱਖਰੀ ਲੈਂਗੁਏਜ ਵਿੱਚ ਵੇਖਿਆ, ਸ਼ਬਦ ਇੱਕੋ ਹੀ ਹੈ ਪਰ ਉਹਦੇ ਫਾਰਸੀ ਵਿੱਚ ਉਹਦੇ ਅਰਥ ਹੋਰ ਨੇ। ਕਰਮ ਦਾ ਅਰਥ ਇੱਥੇ ਕਰਾਂਗੇ ਫਾਰਸੀ ਵਿੱਚ ਫਜ਼ਲ, ਕਿਰਪਾ, ਮਿਹਰ। ਕਹਿੰਦੇ ਅੱਲਾ ਨੇ ਕਰਮ ਕੀਆ, ਬਖਸ਼ਿਸ਼। ਤੇ ਜਦੋਂ ਮਨੁੱਖ ਉਸ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਤੇ ਫਿਰ ਮਨੁੱਖ ਦੇ ਉੱਤੇ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਰੱਬ ਰਹਿਮ ਕਰ ਦਿੰਦਾ ਹੈ, ਰੱਬ ਕਰਮ ਕਰਦਾ ਹੈ, ਕਿਉਂਕਿ ਉਹਨੂੰ ਕਰੀਮ ਕਿਹਾ ਗਿਆ, ਪਰਵਰਦਗਾਰ ਨੂੰ ਰਹਿਮ ਕਰ ਦਿੰਦਾ ਹੈ। ਫਿਰ ਇੱਥੇ ਕਰਮ ਦੇ ਅਰਥ ਹੋ ਗਏ ਬਖਸ਼ਿਸ਼। ਹੁਣ ਇਹ ਜਿਹੜੀ ਮੈਂ ਤੁਕ ਪੜ੍ਹੀ ਹੈ ਅੱਜ ਦੇ ਹੁਕਮ ਦੀ, ਮੇਰੇ ਪਾਤਸ਼ਾਹ ਕਹਿੰਦੇ ਨੇ ਮਨ ਮੁਖ ਕਰਮ ਕਮਾਵਣੇ, ਹਉਮੈ ਅੰਧ ਗੁਬਾਰ। ਹਉਮੈ ਕਹਿੰਦੇ ਨੇ ਹੰਕਾਰ, ਜਿਹੜੇ ਹੰਕਾਰ ਦੇ ਵਿੱਚ ਆ ਕੇ ਮਨ ਦੇ ਪਿੱਛੇ ਲੱਗ ਕੇ ਮਾੜੇ ਕਰਮ ਕਮਾਉਂਦੇ ਹਨ, ਮਾੜੇ ਕਰਮ ਕਰਦੇ ਨੇ। ਗੁਬਾਰ ਕਹਿੰਦੇ ਨੇ ਘੁੱਪ ਹਨੇਰਾ। ਇੱਕ ਹਨੇਰਾ ਹੁੰਦਾ ਹੈ ਨਾ, ਇੱਕ ਹੁੰਦਾ ਹੈ ਘੁੱਪ ਹਨੇਰਾ, ਅੰਧਕਾਰ, ਜਿਹਨੂੰ ਹੱਥ ਨੂੰ ਹੱਥ ਨਾ ਦਿਸਦਾ ਹੋਵੇ, ਇੰਨੇ ਵੇ ਕੇ ਘੁੱਪ ਹਨੇਰਾ ਹੈ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਮਨੁੱਖ ਤੇਰੇ ਮਨ ਦੇ ਵਿੰਦਰ ਘੁੱਪ ਹਨੇਰਾ ਹੈ, ਅਗਿਆਨਤਾ ਦਾ ਘੁੱਪ ਹਨੇਰਾ ਹੈ, ਤੈਨੂੰ ਕੁਝ ਨਹੀਂ, ਘੁੱਪ ਹਨੇਰੇ ਦੇ ਵਿੱਚ ਕੁਝ ਲੱਭਦਾ ਨਹੀਂ ਹੈ, ਘੁੱਪ ਹਨੇਰੇ ਵਿੱਚ ਕੁਝ ਪ੍ਰਾਪਤ ਨਹੀਂ ਹੁੰਦਾ। ਤੇ ਇਹ ਜਿਹੜਾ ਘੁੱਪ ਹਨੇਰਾ ਹੈ ਇਹ ਕਿਵੇਂ ਦੂਰ ਹੋ ਸਕਦਾ ਹੈ? ਦੀਵਾ ਬਲੈ ਹਨੇਰਾ ਜਾਏ। ਜਦੋਂ ਦੀਵਾ ਬਲਦਾ ਹੈ ਹਨੇਰਾ ਚਲੇ ਜਾਂਦਾ ਹੈ, ਪਰ ਜੇ ਦੀਵਾ ਨਾ ਬਲੇ ਉਹਨਾਂ ਚਿਰ ਚਾਨਣਾ ਨਹੀਂ ਹੁੰਦਾ। ਦੀਵੇ ਨੂੰ ਬਾਲਣ ਦੇ ਵਾਸਤੇ ਤੇਲ ਨਾਲ ਭਰਿਆ ਹੋਇਆ ਦੀਵਾ ਹੈ, ਵੱਟੀ ਪਾਈ ਹੋਈ ਹੈ, ਪਰ ਉਹਨੂੰ ਚੰਗਾਰੀ ਛਵਾਉਣ ਦੀ ਲੋੜ ਹੈ। ਜਦੋਂ ਉਸ ਨੂੰ ਚੰਗਾਰੀ ਛਵਾਵਾਂਗੇ ਉਹਨੇ ਬਲ ਪੈਣਾ ਹੈ, ਜਦੋਂ ਉਹਨੇ ਬਲਣਾ ਹੈ ਉਹਨੇ ਚਾਨਣਾ ਕਰ ਦੇਣਾ ਹੈ, ਅੰਧਕਾਰ ਮਿਟਾ ਦੇਣਾ ਹੈ। ਮੇਰੇ ਸਾਹਿਬ ਜੀ ਦੇ ਪਾਵਨ ਬਚਨ ਨੇ, ਐ ਮਨੁੱਖ ਜਿੱਦਣ ਤੇਰੇ ਅੰਦਰ ਪ੍ਰਮਾਤਮਾ ਦੇ ਨਾਮ ਦੀ ਚਿਣਗ ਲੱਗ ਗਈ, ਤੇਰੇ ਅੰਦਰ ਦਾ ਹਨੇਰਾ ਜਿਹੜਾ ਘੁੱਪ ਅਗਿਆਨਤਾ ਦਾ ਹਨੇਰਾ ਹੈ ਉਹ ਪ੍ਰਮਾਤਮਾ ਦੂਰ ਕਰ ਦੇਗਾ, ਅੰਧਕਾਰ ਵਿੱਚੋਂ ਕੱਢ ਕੇ ਨਿਰੰਕਾਰ ਦਾ ਮਾਰਗ ਵਿਖਾਏਗਾ। ਕਿਉਂਕਿ ਅਸੀਂ ਸਾਰੇ ਹੀ ਘੁੱਪ ਹਨੇਰੇ ਵਿੱਚ ਜੀ ਰਹੇ ਹਾਂ। ਮੈਂ ਕੱਲ ਇਹ ਪ੍ਰਕਰਨ ਆਰੰਭ ਕੀਤਾ ਹੋਇਆ ਹੈ, ਤੂੰ ਬੈਠੋ ਗੋਰੀ ਸੰਗ ਰਤੀਆ ਅਵਰ ਗੋਰੀ ਤੇਰੋ ਕਰ ਤਕੀਆ। ਇਹ ਮੈਂ ਤੁਕ ਲਈ ਸੀ। ਤੂੰ ਬੈਠੋ ਗੋਰੀ ਸੰਗ ਰਤੀਆ, ਐ ਮਨੁੱਖ ਤੂੰ ਪ੍ਰਮਾਤਮਾ ਨੂੰ ਭੁਲਾ ਕੇ, ਉਸ ਮਾਲਕ ਨੂੰ ਵਿਸਾਰ ਕੇ ਰੰਗ ਰਲੀਆਂ ਵਿਕਾਰਾਂ ਦੇ ਵਿੱਚ ਦਿਨੇ ਰਾਤ ਮਸਤ ਹੋਇਆ ਪਿਆ ਹੈ। ਮੈਂ ਗੱਲ ਕਹੀ, ਪਰ ਇਹਦੇ ਅਰਥ ਇੱਕ ਭੱਟ ਬਾਲ ਭੱਟ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਕਿਹਾ ਸੀ, ਤੂੰ ਬੈਠੋ ਗੋਰੀ ਸੰਗ ਰਤੀਆ, ਭਾਵ ਤੂੰ ਰੰਗ ਰਲੀਆਂ ਮਾਣ ਰਿਹਾ ਹੈ, ਵਿਕਾਰਾਂ ਵਿੱਚ ਦਿਨੇ ਰਾਤ ਡੁੱਬਾ ਪਿਆ ਹੈ। ਅਵਰ ਗੋਰੀ ਤੇਰੋ ਘਰ ਤਕੀਆ, ਮੁਹੰਮਦ ਗੋਰੀ ਜਿਹੜਾ ਤੇਰੇ ਰਾਜ ਨੂੰ ਹੜਫਣ ਲਈ ਤਿਆਰ ਬੈਠਾ ਹੈ, ਉਹ ਵੇਖ ਰਿਹਾ ਮੈਂ ਕਿਹੜੇ ਟਾਈਮ ਅਟੈਕ ਕਰਕੇ ਇਸ ਦਾ ਰਾਜ ਭਾਗ ਮੈਂ ਖੋਹ ਲੈਣਾ। ਤੂੰ ਕਿਹੜੀ ਨੀਂਦਰੇ ਸੁੱਤਾ ਹੋਇਆ ਹੈ? ਸਾਨੂੰ ਅੱਜ ਚਾਣਕਿਆ ਨੀਤੀ ਜਿਹੜੀ ਹੈ ਨਾ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਸ ਦਾ ਉਲੱਥਾ ਕਰਾਇਆ। ਕਵੀ ਸੈਨਾਪਤ ਜਿਹਨੇ ਅੰਮ੍ਰਿਤ ਛਕ ਕੇ ਜਿਹਦਾ ਨਾਂ ਹੋਇਆ ਸੈਨਾ ਸਿੰਘ, ਜਦੋਂ ਸਤਿਗੁਰੂ ਜੀ ਇਸ ਦਾ ਉਲੱਥਾ ਕਰਾਉਂਦੇ ਨੇ ਚਾਣਕਿਆ ਨੀਤੀ, ਅਸੀਂ ਅੱਜ ਤੱਕ ਨਹੀਂ ਸਮਝ ਪਾਏ, ਨਾ ਸਮਝਣ ਵਾਲੇ ਪਾਸੇ ਅਸੀਂ ਚੱਲੇ ਹੀ ਹਾਂ। ਚਾਣਕਿਆ ਨੀਤੀ ਕਹਿੰਦੀ ਹੈ ਕਿ ਰਾਜ ਲੈਣਾ ਕਿਵੇਂ ਹੈ, ਚਾਣਕਿਆ ਸੂਤਰ ਕਹਿੰਦੇ ਨੇ ਕਿ ਰਾਜ ਕਰਨਾ ਕਿਵੇਂ ਹੈ।
ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਹਦਾ ਉਲੱਥਾ ਕਰਾਇਆ। ਮੈਂ ਧਿਆਨ ਦਿਆ ਜੇ, ਪਰ ਅਸੀਂ ਗਫਲਤ ਦੀ ਨੀਂਦਰੇ ਸੁੱਤੇ ਹੋਏ ਹਾਂ। ਉਹਦੇ ਉਲੱਥੇ ਦੇ ਕੁਝ ਬੋਲ ਨੇ ਮੈਂ ਆਪ ਜੀ ਦੇ ਸਾਹਮਣੇ ਰੱਖਦਾ। ਕਹਿੰਦੇ ਨੇ ਉਸ ਦੇ ਵਿੱਚ, ਰਿਣੀ ਕੁਆਰੀ ਕੋ ਪਿਤਾ ਜਿਸ ਸਿਰ ਵੈਰੀ ਹੋਏ, ਇਨ ਤੀਨੋਂ ਕੇ ਨੈਣ ਮੇ ਨਿੰਦਰਾ ਕਵੀ ਨਾ ਹੋਏ। ਹੁਣ ਇਹ ਚਾਣਕਿਆ ਨੀਤੀ ਕਹਿੰਦੀ ਪਈ ਹੈ, ਰਿਣੀ ਕੁਵਾਰੀ ਕੋ ਪਿਤਾ ਜਿਸ ਸਿਰ ਵੈਰੀ ਹੋਏ, ਇਨ तीन कोई नैन में निंद्रा कभी न होए। ਰਿਣੀ ਤੋਂ ਭਾਵ ਹੈ ਜਿਸ ਦੇ ਸਿਰ ਦੇ ਉੱਤੇ ਕਰਜ਼ਾ ਚੜਿਆ ਹੋਵੇ, ਕਰਜ਼ਾਈ ਹੋਵੇ। ਇੱਕ ਸੰਸਾਰੀ ਕਰਜ਼ਾ ਸਾਡੇ ਤੇ ਸਿਰ ਤੇ ਚੜਿਆ ਹੈ, ਅਸਾਂ ਨੂੰ ਨੀਂਦਰ ਆਉਣੀ ਨਹੀਂ ਚਾਹੀਦੀ ਵੀ ਅਸੀਂ ਜਿਹਦਾ ਦੇਣਾ ਹੈ ਉਹਦਾ ਵਾਪਸ ਕਰਨਾ ਹੈ। ਠੀਕ। ਕੁਵਾਰੀ ਕੋ ਪਿਤਾ, ਤੇ ਜਿਹਦੇ ਘਰ ਵਿੱਚ ਧੀ ਕੁਵਾਰੀ ਹੋਵੇ ਉਹਨੂੰ ਵੀ ਸੁਚੇਤ ਰਹਿਣਾ ਚਾਹੀਦਾ। ਰੈਣ ਰਿਣੀ ਕੁਵਾਰੀ ਕੋ ਪਿਤਾ ਜਿਸ ਸਿਰ ਵੈਰੀ ਹੋਏ, ਤੇ ਤੀਸਰਾ ਕਿਹਾ ਜਿਹਦੇ ਸਿਰ ਤੇ ਵੈਰੀ ਹੋਵੇ, ਦੁਸ਼ਮਣ ਹੋਵੇ। ਉਹ ਵੀ ਕਦੀ ਗਫਲਤ ਦੇ ਨੀਂਦਰੇ ਨਾ ਸੋਵੇ। ਵੈਰੀ ਨੇ ਕੋਈ ਪਤਾ ਨਹੀਂ, ਦੁਸ਼ਮਣ ਨੇ ਕੋਈ ਪਤਾ ਨਹੀਂ ਕਿਹੜੇ ਟਾਈਮ ਅਟੈਕ ਕਰ ਦੇਣਾ। ਬਿਲਕੁਲ ਸੁਚੇਤ ਰਹਿਣਾ ਚਾਹੀਦਾ, ਬਿਲਕੁਲ ਤਿਆਰ ਪਰ ਤਿਆਰ ਰਹਿਣਾ ਚਾਹੀਦਾ ਹੈ। ਤੇ ਜੇ ਇਹਨਾਂ ਵਿੱਚ ਕਿਸੇ ਥਾਂ ਤੇ ਵੀ ਕਿਸੇ ਦੇ ਅੰਦਰ ਕਮੀ ਆ ਜਾਂਦੀ ਹੈ ਤੇ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ ਹੈ। ਹੁਣ ਸਾਡੇ ਉੱਤੇ ਅਸੀਂ ਜਿਹੜਾ 1984 ਦੇ ਸਾਕੇ ਦੀ ਅਸੀਂ ਆਰੰਭਤਾ ਕੀਤੀ ਹੋਈ ਹੈ, ਅਸੀਂ ਗਲਾਂ ਵਿੱਚ ਟਾਇਰ ਪਾਏ। ਜੇ ਆਟੋ ਤੇ ਕੋਈ ਜਾ ਰਿਹਾ ਹੈ ਤੇ ਉਸੇ ਆਟੋ ਨਾਲ ਬੰਨ੍ਹ ਕੇ ਉਹਨੂੰ ਸਾੜ ਦਿੱਤਾ। ਕੋਈ ਟੈਕਸੀ ਚਲਾ ਰਿਹਾ ਸੀ, ਕੋਈ ਉਹਦਾ ਗੁਨਾਹ ਨਹੀਂ ਸੀ, ਉਹਨੂੰ ਉਸ ਦੇ ਵਿੱਚ ਬੰਦ ਕਰਕੇ ਅੱਗ ਲਾ ਦਿੱਤੀ। ਅਸੀਂ ਸਾਰਿਆਂ ਨੇ ਗੱਲਾਂ ਕਈਆਂ ਨੇ ਸੁਣਾਈਆਂ ਨੇ ਤੇ ਸੁਣ ਵੀ ਰਹੇ ਹਾਂ। ਪਰ ਮੈਂ ਇਸ ਪਾਸੇ ਵਾਰ-ਵਾਰ ਇਹ ਧਿਆਨ ਦਿਵਾਉਣਾ ਚਾਹੁੰਦਾ ਵਾਂ ਕਿ ਇਹਨਾਂ ਗੱਲਾਂ ਦੇ ਨਾਲ ਸਾਨੂੰ ਸਮਝ ਕੀ ਆਈ ਹੈ, ਅਸੀਂ ਚਿੰਤਨ ਕੀਤਾ ਹੈ ਕਿ ਨਹੀਂ, ਕਿ ਹੁਲਾਰੇ ਲੈ ਕੇ ਜਕਾਰੇ ਛੱਡ ਕੇ ਅਸੀਂ ਚਲੇ ਜਾਂਦੇ ਹਾਂ। ਕਈ ਵਾਰੀ ਜਦੋਂ ਇਵੇਂ ਜਿਹੀਆਂ ਗੱਲਾਂ ਕਰਦੇ ਹਾਂ, ਕਰਨ ਵਾਲੇ ਕਰਦੇ ਨੇ ਬੜੇ ਜੋਸ਼ ਵਿੱਚ, ਸੁਣਨ ਵਾਲੇ ਵੀ ਬੜੇ ਜੋਸ਼ ਵਿੱਚ ਸੁਣਦੇ ਨੇ ਤੇ ਫਿਰ ਜਕਾਰੇ ਵੀ ਲੱਗਦੇ ਨੇ। ਮੇਰਾ ਚਿੰਤਨ ਮੈਂ ਇਸ ਪਾਸੇ ਤੁਰਿਆ ਹੋਇਆ ਵੀ ਅਸੀਂ ਨਿਰੇ ਜਕਾਰੇ ਹੀ ਲਾਉਂਦੇ ਰਹਾਂਗੇ, ਸੁਣਦੇ ਜਾਂ ਸੁਣਾਉਂਦੇ ਰਹਾਂਗੇ, ਵੀ ਚਿੰਤਨ ਵੀ ਇਹਦੇ ਉੱਤੇ ਕਰਾਂਗੇ ਵੀ ਕਾਰਨ ਕੀ ਹੈ ਕਿ ਅਸੀਂ ਉਸੇ ਤਰ੍ਹਾਂ ਸੁੱਤੇ ਰਹਾਂਗੇ। ਅੱਗੇ ਫਿਰ ਭਾਣਾ ਵਾਪਰ ਜਾਏਗਾ ਜੇ ਸੌਂ ਗਏ ਤੇ। ਇੱਕ ਸਾਡੀਆਂ ਪਹਿਲਾਂ ਸਰੀਰਕ ਮੌਤ ਹੋਈ, ਕਰਨ ਦੇ ਵਾਸਤੇ ਇਹ ਕੁਝ ਕੀਤਾ ਗਿਆ, ਸਰੀਰ ਦੀ ਮੌਤ। ਫਿਰ ਮਾਨਸਿਕ ਮੌਤ, ਸਰੀਰ ਦੀ ਮੌਤ ਨਾਲ ਨਹੀਂ ਮਰੇ ਤੇ ਹੁਣ ਮਾਨਸਿਕ ਪ੍ਰੋਬਲਮ ਖੜੀ ਕੀਤੀ ਗਈ ਹੈ ਕਿ ਮਾਨਸਿਕ ਤੌਰ ਤੇ ਮਾਰ ਦਿੱਤਾ ਜਾਵੇ, ਮਨ ਕਰਕੇ ਮਾਰ ਦਿੱਤਾ ਜਾਵੇ। ਕਈ ਵਾਰੀ ਸਾਡੇ ਜਿਹੜੇ ਮਨੁੱਖ ਆਪਣੇ ਆਪ ਹੀ ਆਪਣੀਆਂ ਕਮੀਆਂ ਨੂੰ ਮਹਿਸੂਸ ਸਾਨੂੰ ਕਰਨੀਆਂ ਚਾਹੀਦੀਆਂ ਨੇ, ਪਰ ਆਪਣੇ ਆਪ ਨੂੰ ਗੁਨਾਹਗਾਰ ਠਹਿਰਾਉਣਾ ਸ਼ੁਰੂ ਕਰ ਦਿੱਤਾ ਹੈ। ਅਸੀਂ ਕਿਵੇਂ ਸ਼ੁਰੂ ਕਰ ਦਿੱਤਾ ਵੀ ਆਹ ਕੁਝ ਨਾ ਹੁੰਦਾ ਤੇ ਇਹ ਕੁਝ ਨਾ ਵਾਪਰਦਾ। ਇਹ ਸਾਡੇ ਅੰਦਰ ਮਾਨਸਿਕ ਮੌਤ ਵਾਸਤੇ ਇਹ ਗੱਲਾਂ ਸਾਨੂੰ ਸਾਡੇ ਜਿਹੜੇ ਆਗੂ ਸਾਡੇ ਵਿੱਚ ਸਾਡੇ ਵਰਗਾ ਸਰੂਪ ਬਣਾ ਕੇ ਉਹ ਸਾਡੇ ਵਿੱਚ ਬਹਿ ਕੇ ਸਾਡੇ ਅੰਦਰ ਵਿੱਚ ਆ ਕੇ ਫਿਰ ਸਾਨੂੰ ਕਹਿੰਦੇ ਨੇ, ਕਿਉਂਕਿ ਸਾਨੂੰ ਪਛਾਣ ਹੀ ਨਹੀਂ ਆਈ ਵੀ ਸਾਡਾ ਕੌਣ ਹੈ, ਸਾਨੂੰ ਕਿਹੜੇ ਰਾਹ ਪਾ ਰਿਹਾ। ਉਹ ਸਾਡੇ ਵਰਗਾ ਸਰੂਪ ਹੈ, ਸਾਡੇ ਵਰਗੇ ਮਨੁੱਖ ਨੇ, ਸਾਡੇ ਵਰਗਾ ਉਹਨਾਂ ਨੇ ਪਹਿਰਾਵਾ ਪਾਇਆ ਹੋਇਆ ਹੈ, ਬਲਕਿ ਸਾਡੇ ਨਾਲੋਂ ਪਹਿਰਾਵਾ ਉਹਨਾਂ ਨੇ ਆਪਣਾ ਵਧੀਆ ਬਣਾਇਆ ਹੋਇਆ ਹੈ। ਫਿਰ ਸਾਡੇ ਵਿੱਚ ਬਹਿ ਕੇ ਉਹ ਸਾਨੂੰ ਮਾਨਸਿਕ ਮੌਤ ਤੇ ਮਾਰ ਰਹੇ ਨੇ ਕਿ ਮਾਨਸਿਕ ਮਨ ਕਰਕੇ ਮਰ ਜਾਣ। ਤੇ ਇਹਨਾਂ ਨੂੰ ਇਹ ਦੱਸਿਆ ਜਾਵੇ, ਇਹਨਾਂ ਦੇ ਮਨ ਦੇ ਵਿੱਚ, ਇਹਨਾਂ ਦੇ ਖਾਨੇ ਦੇ ਵਿੱਚ ਇਹ ਗੱਲ ਪਾ ਦਿੱਤੀ ਜਾਵੇ ਵੀ ਆਹ ਕੰਮ ਨਾ ਸਿੱਖ ਕਰਦੇ ਤੇ ਦਰਬਾਰ ਸਾਹਿਬ ਤੇ ਅਟੈਕ ਨਾ ਹੁੰਦਾ, ਇਹ ਕੰਮ ਨਾ ਹੁੰਦਾ ਤੇ ਆਹ ਕੰਮ ਇਹਨਾਂ ਨਾਲ ਨਾ ਵਾਪਰਦਾ। ਹੁਣ ਆਪਣੇ ਆਪ ਨੂੰ ਅਸੀਂ ਮਨ ਕਰਕੇ ਮਾਰਨਾ ਸ਼ੁਰੂ ਕਰ ਦਿੱਤਾ। ਕਿਹਨਾਂ ਨੇ? ਸਾਡੇ ਵਰਗਿਆਂ ਨੇ, ਸਾਡੇ ਸਰੂਪ ਵਿੱਚ ਬਣ ਕੇ, ਸਾਡੇ ਜਿਹਾ ਲਿਬਾਸ ਪਾ ਕੇ ਵਿੱਚ ਬਹਿ ਕੇ ਕਹਿੰਦੇ ਨੇ ਵੀ ਸਿੱਖ ਆਹ ਨਾ ਕਰਦੇ ਤੇ ਐ ਨਹੀਂ ਸੀ ਹੋਣਾ। ਹੁਣ ਸਭ ਤੋਂ ਵੱਡੀ ਮੌਤ ਇਹ ਹੈ, ਸਰੀਰਕ ਮੌਤ ਦੇ ਨਾਲੋਂ ਸਭ ਤੋਂ ਵੱਡੀ ਮੌਤ ਇਹ ਖੜੀ ਹੋ ਗਈ ਕਿ ਮਨੁੱਖ ਦਾ ਮਨੋਬਲ ਖਤਮ ਕਰਨਾ ਸ਼ੁਰੂ ਕਰ ਦਿੱਤਾ। ਮਨੋਬਲ, ਜਦੋਂ ਮਨੋਬਲ ਖਤਮ ਹੋ ਜਾਵੇ ਨਾ, ਸਰੀਰ ਦੇ ਵਿੱਚ ਕਿੰਨੀ ਵੀ ਜਾਨ ਹੋਵੇ, ਬਾਡੀ ਕਿੰਨੀ ਵੀ ਤਗੜੀ ਹੋਵੇ, ਮਨੋਬਲ ਨਾ ਹੋਵੇ ਤੇ ਕੱਖ ਨਹੀਂ ਮਨੁੱਖ ਕਰ ਸਕਦਾ।
ਹੁਣ ਸਾਡਾ ਮਨੋਬਲ ਕਰਕੇ ਮੌਤ ਕੀਤੀ ਜਾ ਰਹੀ ਹੈ। ਇਸ ਨੀਤੀ ਨੂੰ ਸਾਨੂੰ ਸਮਝਣਾ ਪੈਣਾ ਹੈ। ਜੇ 1984 ਦੇ ਅਸੀਂ ਸਾਕੇ ਹਰ ਸਾਲ ਮਨਾਉਂਦੇ ਹਾਂ, ਇਸ ਨੀਤੀ ਵੱਲ ਸਾਨੂੰ ਧਿਆਨ ਦੇਣਾ ਪੈਣਾ ਹੈ। ਧਿਆਨ ਦਿਆ ਜੇ ਸਾਡੇ ਮਨੋਬਲ ਨੂੰ ਮਾਰਨ ਵਾਸਤੇ ਹੁਣ ਕੀਤਾ ਕੀ ਜਾ ਰਿਹਾ ਹੈ। धनिक शत्रु राजा नदी वैद अस्त पंचम यत्र न विदते तत्र दिवस्य सितम। जदों शरीर करके मारना, हुण की है धनिक शत्रु राजा नदी। धनिक तो भाव है उद्योग। उद्योग नूं इत्थों दी बोली विच शायद कहंदे ने इंडस्ट्री। इंडस्ट्री तो भाव है कार विहार। की है साडे कोलों की खोया गया उद्योग। जदों साडे कोल उद्योग ही साडे जिहड़ी इंडस्ट्री साडे कोल खोई जा रही है, साडे कोल उद्योग खो लए ते अज साडे जिहड़े बच्चे ने इंडस्ट्री खोण करके अज अपना देश अपना पंजाब छड्ड के अज होरां कंट्रियां दे विच बड़े जफर जालदे होया कई राह च मर जांदे ने बेचारे। होरां थावां ते जा रहे ने कार विहार करन लई, क्योंकि साडी नौजवान पीढ़ी किधर भज रही है। उन्हां नूं काम नहीं मिल रहा, उन्हां कोल उद्योग, उन्हां कोल कारो विहार खो लए, उन्हां कोल इंडस्ट्री खो लई, उन्हां नूं बाहर जाना पिया, अपने आप लक टुट गई। उद्योग खो लिया। किवें मारिया जा रहा है सानूं अज तक चिंतन नहीं असीं कीता। शत्रु शत्रु का अर्थ करांगे पहला 30% ਜਿਹੜੀ ਸੀ फौज ਦੇ ਵਿੱਚ ਭਰਤੀ ਸੀ, ਅੱਜ 1.5% ਰਹਿ ਗਈ ਹੈ। 1.5% ਜਿਹੜੀ ਆਰਮੀ ਦੇ ਵਿੱਚ ਸਾਡੀ ਜਿਹੜੀ ਹੈ ਭਰਤੀ ਜਿਹੜੀ ਹੈ ਉਹ ਅੱਜ 1.5% ਰਹਿ ਗਈ ਹੈ। ਵੇਖੋ ਕਿਵੇਂ ਹੁਣ ਮਾਰਨ ਦੇ ਯਤਨ ਤਰੀਕੇ ਨਾਲ ਕੀਤੇ ਜਾ ਰਹੇ। ਟਾਇਰ ਪਾ ਕੇ ਛਾੜਨਾ, ਗੋਲੀਆਂ ਨਾਲ ਮਾਰਨਾ, ਘਰਾਂ ਵਿੱਚੋਂ ਕੱਢ ਕੇ ਮਾਰਨਾ, ਨਹੀਂ ਮਰੇ ਤੇ ਹੁਣ ਇਸ ਤਰ੍ਹਾਂ ਮਾਰੋ। ਉਦਯੋਗ ਖੋਲੋ ਇਹਨਾਂ ਦੇ ਕੋਲੋਂ, ਇਹਨਾਂ ਦੇ ਕੰਮਕਾਰ ਵਿਹਾਰ ਖੋਲੋ। ਇਹਨਾਂ ਦੀ ਜਿਹੜੀ ਹੈ ਆਰਮੀ ਦੇ ਵਿੱਚ ਭਰਤੀ ਹੈ ਉਹ ਕੱਟ ਕਰ ਦਿਓ। ਰਾਜਾ ਦੇ ਅਰਥ ਕਰਾਂਗੇ ਨਿਆਂ ਨਾ ਦਿਓ। ਇਹਨਾਂ ਨੂੰ ਕਿਸੇ ਪਾਸੋਂ ਅੱਜ ਨਿਆਂ ਦੀ ਗੱਲ ਹੈ ਨਾ, 1984 ਦਾ ਅੱਜ ਤੱਕ ਅਸੀਂ ਨਿਆਂ ਮੰਗ ਰਹੇ ਹਾਂ, ਸਾਨੂੰ ਨਿਆਂ ਨਹੀਂ ਮਿਲਿਆ। ਨਿਆਂ ਨਾ ਦਿਓ ਇਹਨਾਂ ਨੂੰ, ਅਨਿਆਏ ਕਰੋ। ਤੇ ਅਨਿਆਏ ਅੱਜ ਹੋ ਰਿਹਾ ਹੈ। ਅਨਿਆਏ ਨਦੀ ਤੋਂ ਭਾਵ ਹੈ ਪਾਣੀ। ਹੁਣ ਇਹ ਸਾਰੀਆਂ ਚੀਜ਼ਾਂ ਪਹਿਲਾਂ ਤੇ ਸਰੀਰ ਕਰਕੇ ਮੌਤ ਨਹੀਂ ਮਰੇ, ਮਾਨਸਿਕ ਮੌਤ ਮਨ ਦੀ ਕਿ ਆਪਣੇ ਆਪ ਨੂੰ ਹੀ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦਿੱਤਾ ਵੀ ਦਰਬਾਰ ਸਾਹਿਬ ਤੇ ਅਟੈਕ ਨਹੀਂ ਸੀ ਹੋਣਾ ਜੇ ਅਸੀਂ ਐਵੇਂ ਨਾ ਕਰਦੇ। ਆਪਣੇ ਆਪ ਨੂੰ ਦੋਸ਼ੀ ਠਹਿਰਾਉਣਾ, ਮਾਨਸਿਕ ਮਨ ਕਰਕੇ ਮੌਤ ਕਰਨੀ, ਮਨ ਕਰਕੇ ਮਾਰ ਦੇਣਾ। ਹੁਣ ਨਦੀ ਤੋਂ ਭਾਵ ਹੈ ਪਾਣੀ। ਸਾਡੇ ਪੰਜਾਬ ਦਾ ਪਾਣੀ ਖੋਇਆ ਜਾ ਰਿਹਾ। जो पानी नहीं रहेगा तो आपे सूखा पै जाएगा, तो आपे सूखा पै जाएगा, अनाज नहीं होएगा, तो अपने आर्थिक पक्षों असीं कमज़ोर हो जाएंगे। हुण ध्यान देने वाली गल है, जे असीं 1984 के साके नूं मना रहे हैं ना, ध्यान देने वालियां गल्लां ने। क्या धनिक शत्रु राजा नदी वैद अस्त पंचम, ते फिर डॉक्टरी विद्यक अंधारे। ये 5 चीज़ां जड़ियां ने खोईयां जिस कौम दे कोलों खो लियां जान, इंडस्ट्री खोली जावे, न्याय ना मिले, फौज दे विच गिणती घट कर दित्ती जावे, ते विद्यक अदारे जिहड़े ने वो बिल्कुल डैड कर दिते जान, वैद उन्हां दे कोलों ना रहन, वो अपने आप ही मर जाणगियां, मारन दी लोड़ नहीं है। ਉਹ ਕੌਮਾਂ ਆਟੋਮੈਟਿਕਲੀ ਮਰ ਜਾਂਦੀਆਂ ਨੇ। 84 ਦੇ ਸਾਕੇ ਨੂੰ ਮੈਂ ਲੈ ਕੇ ਕਰ ਰਿਹਾ ਵੀ ਅਸੀਂ 84 ਦੇ ਸਾਕੇ ਗਾ ਰਹੇ ਹਾਂ, ਸੁਣ ਰਹੇ ਹਾਂ, ਸੁਣਾ ਰਹੇ ਹਾਂ, ਜਕਾਰੇ ਵੀ ਅਸੀਂ ਲਾਈ ਜਾ ਰਹੇ ਹਾਂ, ਪਰ ਚਿੰਤਨ ਕਿਉਂ ਨਹੀਂ ਕਰ ਰਹੇ? ਚਿੰਤਨ ਕਰਨਾ ਪੈਣਾ ਹੈ।
ਵੀ ਕਮੀ ਕਿੱਥੇ ਹੈ, ਕਿਉਂ ਹੋ ਰਿਹਾ, ਕੁਐਸਚਨ ਖੜਾ ਹੋ ਰਿਹਾ ਹੈ, ਸਾਡੇ ਤੇ ਲਾਗੂ ਕੀਤਾ ਜਾ ਰਿਹਾ ਹੈ। ਕਮੀ ਕਿਉਂ ਹੈ? ਜੇ ਸਾਡੇ ਨਾਲ ਉਹ ਸਾਕਾ ਵਾਪਰਿਆ ਹੈ, ਅੱਗੇ ਘੱਲੂਘਾਰੇ ਹੋਏ, 1984 ਦਾ ਘੱਲੂਘਾਰਾ ਹੋਇਆ, ਜੇ ਅਸੀਂ ਚਿੰਤਨ ਨਾ ਕੀਤਾ ਤੇ ਅੱਗੇ ਘੱਲੂਘਾਰੇ ਫੇਰ ਹੋਣਗੇ, ਆਉਣ ਵਾਲੇ ਸਮੇਂ ਵਿੱਚ ਫੇਰ ਹੋਣਗੇ। धनिक शत्रु राजा नदी वैद अस्त पंचम पंचम यत्र ना विदते तत्र दिवस्य सितम। ये चाणक्य नीति कह रही है। ते इस चाणक्य नीति नूं गुरु गोबिंद सिंह साहब महाराज ने समझिया। कई बार असीं कह देने ना भी गुरु गोबिंद सिंह साहब महाराज जदों आनंदपुर छड्ड के भंगाणी दा जंग हुंदा है, किस लई उत्थों भंगाणी दा जंग होया, जदों उसे सतगुरु जी आनंदपुर नूं छड्डदे ने, कारण की सी? कईयां ने यह कहा कि सतगुरु जी ने साहित्य लिखने सन, साहित्य लिखण वास्ते भंगाणी वाला थां उन्होंने पसंद किया। कईयां दे ख्याल ये हैं कि सतगुरु जी नूं सूह मिली कि जरवाणे जां राजे जिहड़े हन वो इस आनंदपुर ते अटैक करन वाले ने, ते सूइयां ने दस दिता कि सतगुरु जी कुछ दिन तुसीं पासे हो जाओ, तां उस थां नूं चुन लिया। आपो अपने ख्याल ने, पर ध्यान दिया जे आपां सूरज ग्रंथ नूं पढ़दे आ जां सुनदे आ ते ओहदे विच कवि संतोख सिंह चूड़ामणी कहंदा है सत तरह दे ख्याल ने। उन्हें कहा भंगाणी वाला जिहड़ा थां है सतगुरु जी पता क्यों चुनते ने कि इत्थे पानी दा स्रोत है, भाव जमुना वगदी है एक। दूसरा जिहड़े जमुना वगदी है ਇਹਦੇ ਜਿਹੜੇ ਕੰਢੇ ਨੇ ਇਹ ਬੜੇ ਉੱਚੇ ਨੇ। ਕਈ ਵਾਰੀ ਪਾਣੀ ਦੇ ਸਰੋਤ ਦੇ ਆਪਾਂ ਨੇੜੇ ਚਲੇ ਜਾਈਏ ਪਰ ਕੰਢੇ ਨੀਵੇਂ ਹੋਣ, ਉੱਚੇ ਹੋ ਨੀਵੇਂ ਹੋਣ ਤੇ ਪਾਣੀ ਜਿਹੜਾ ਹੈ ਕਈ ਵਾਰੀ ਰੋੜ ਕੇ ਲੈ ਜਾਂਦਾ ਹੈ। ਆ ਵੇਖੋ ਨਾ, ਕਈ ਵਾਰੀ ਸਾਡੇ ਪੰਜਾਬ ਨੂੰ ਰੋੜਨ ਵਾਸਤੇ ਪਾਣੀ ਵੀ ਛੱਡਿਆ ਗਿਆ, ਪਾਣੀ ਛੱਡ ਕੇ ਵੀ ਰੋੜ ਦਿੱਤਾ ਗਿਆ ਵੀ ਐਵੇਂ ਨਹੀਂ ਤੇ ਐਵੇਂ ਰੋੜ ਹੀ ਦਿਓ ਉਹਨਾਂ ਨੂੰ, जे नहीं मरते तो रोड़ ही दिओ, पानी नाल ही रोड़ दिओ, पानी सारा छड्ड दिओ, एकदम रुड़ जाणगे। ध्यान दिया जे गुरु गोबिंद सिंह साहब महाराज इस नीति नूं अगे लियाउण वास्ते जिहड़े आपां कहने ना कृष्ण अवतार ते आ जिहड़े उलथे कीते ने पातशाह ने, साहिब श्री गुरु गोबिंद सिंह साहब महाराज ने इसे करके उत्थे बैठ के कीते सन कि इन्हां दा पता लग जावे। संस्कृत विच से सैनापति नूं कह के पंजाबी दे विच उलथा कीता भी मेरे सिख पढ़ लैण इन्हां दी राजनीति नूं, चाणक्य नीति नूं पढ़ने वाले राज किवें लैना है, चाणक्य सूत्र नूं पढ़न के राज किवें करना है, ये राजनीति नूं सतगुरु जी ने सानू उत्थे दस्सिया है। ते मैं इस गल नूं कह रहा सी, सतगुरु जी जदों इस थां ते पहुंचे ने, पहला ते है पानी दा स्रोत है इत्थे, दूजा इहदे जिहड़े जमुना दे कंढे बड़े उच्चे ने कि पानी दा हड़ बाहर नहीं आ सकदा, तीसरा पहाड़ियां दा होना, चौथा रुखां दा होना। पहाड़ियां इस करके कि इस पहाड़ियां दे विच जिहड़ा जंग करन दा जिहड़ा अपने सिखां नूं ट्रेनिंग दे दित्ती जावे। चौथा रुखां दा होना, इन्हां रुखां दे विच जंगल है, रुख ने बड़े संघने ने, घने ने, ते इन्हां जंगलां दे विच शेर आदि मारू जानवर रहिंदे ने। ते सतगुरु जी ने अपने सिख नूं सिंह बनाया ते सिंह कहते ने शेर नूं। ते पातशाह इन्हां थावां नूं तां चुनदे ने कि सिंह जिहड़े ने सिंह दे नाल लड़न, मीनस शिकार करन। ते जदों सिंह नाल लड़ेगा, शिकार करेगा। अज जदों डॉक्टर बनदा है ना ते डॉक्टर नूं जिन्हों डड्डू कह देने, कोई मेंढक कह देंदा है, उन्होंने चीर पाड़ करनी सिखाउंदे ने। चीर पाड़ करनी सिखाउण तो भाव ये नहीं है कि भी उहदे विच उहदे पार्ट्स वेखणे भी उहदे विच की है, वो भी है, परंतु उहदे उसनूं चीर पाड़ करन लई इस करके भी उसनूं किवें चीरदा है, वो किवें तड़फदा है, किवें उहदे विच लहू निकलदा है, उहदा मनोबल तगड़ा हो जाए, वो मनोबल करके घबरा ना जाए। जे डॉक्टर भी ऑपरेशन करने वाला ही घबरा गया तो वो ऑपरेशन थिएटर दे विच कामयाब नहीं हो सकता।
ਮੇਰੇ ਸਾਹਿਬ ਜੀ ਨੇ ਜਦੋਂ ਸ਼ਸਤਰ ਚਲਾਉਣੇ ਸਿਖਾਏ ਨੇ, ਉਦੋਂ ਸਮੇਂ ਸ਼ਿਕਾਰ ਕਰਨ ਦਾ ਭਾਵ ਇਹ ਸੀ ਕਿ ਇਹਨਾਂ ਦਾ ਮਨੋਬਲ ਤਗੜਾ ਹੋ ਜਾਏ। ਇਹ ਨਾ ਹੋਵੇ ਕਿ ਖੂਨ ਮਾੜਾ ਜਿਹਾ ਡੁੱਲਿਆ ਵੇਖਿਆ ਤੇ ਹੱਥੋਂ ਸ਼ਸਤਰ ਹੀ ਛੁੱਟ ਜਾਏ। ਇਹ ਥਾਂ ਮੇਰੇ ਪਾਤਸ਼ਾਹ ਨੇ ਕਿਵੇਂ ਚੁਣੀ ਹੈ। ਮੇਰਾ ਸਮਾਂ ਅੱਗੇ ਹੀ ਜਾ ਰਿਹਾ, 1 ਮਿੰਟ ਉੱਪਰ ਹੋ ਗਿਆ। ਮੈਂ ਇਸ ਸ਼ਬਦਾਂ ਨੂੰ ਇੱਥੇ ਵਿਰਾਮ ਦਿੰਦਾ ਵੀ 7 ਤਰ੍ਹਾਂ ਦੀਆਂ ਚੀਜ਼ਾਂ ਚੁਣੀਆਂ ਨੇ ਮੇਰੇ ਪਾਤਸ਼ਾਹ ਨੇ, ਜੋ ਕਵੀ ਨੇ ਸਾਨੂੰ ਦਸੀਆਂ ਨੇ। ਇਸ ਥਾਂ ਨੂੰ ਕਿਉਂ ਚੁਣਿਆ ਸੀ? ਇਹ ਥਾਂ ਨਿਰੀ ਰਮਣੀਕ ਹੀ ਨਹੀਂ ਹੈ, ਇਹ ਸੁੰਦਰ ਥਾਂ ਕਰਕੇ ਹੀ ਨਹੀਂ ਮੇਰੇ ਪਾਤਸ਼ਾਹ ਤੇ ਚਲੇ ਗਏ। ਕਾਰਨ ਕੀ ਹੈ, ਇਸ ਤੇ ਆਪਾਂ ਕੱਲ ਵਿਚਾਰ ਕਰਾਂਗੇ। ਹੁਣ ਮੇਰੇ ਨੂੰ ਸਮਾਂ ਨਹੀਂ ਇਜਾਜ਼ਤ ਦੇ ਰਿਹਾ। ਗੁਰੂ ਦਾ ਜੇ ਕੱਲ ਨਾਮ ਕਾਲਦਾ ਹੈ, ਅਸੀਂ ਕਹਿ ਦਿੰਦੇ ਹਾਂ ਗੁਰੂ ਅੱਗੇ ਅਰਦਾਸ ਕਰੀਏ, ਪਾਤਸ਼ਾਹ ਜਿਵੇਂ ਅੱਜ ਲੈ ਕੇ ਆਏ ਹੋ ਕੱਲ ਵੀ ਇਸੇ ਤਰ੍ਹਾਂ ਲੈ ਆਉਣਾ। ਗੁਰੂ ਇਤਿਹਾਸ ਤੇ ਸ਼ਬਦ ਦੀ ਵਿਚਾਰ ਕਰਦੀ ਸਮਝ ਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।